ਵਾਰੋ ਵਾਰੀ ਇੱਕ ਇੱਕ ਸਵਾਲ ਲੈਂਦੇ ਆ। ਇੱਕ ਸਵਾਲ ਪਿੱਛੇ ਸਾਬਕਾ ਕੀਰਤਨ ਸਿੰਘ ਜੀ ਜਦ ਕਰ ਰਹੇ ਸਨ ਪ੍ਰੋਗਰਾਮ, ਤਾਂ ਗਰੁੱਪ ਚੈਟ ਵਿੱਚ ਸਰਦਾਰ ਗੁਰਦੇਵ ਸਿੰਘ ਜੰਮੂ ਵੱਲੋਂ ਉਹਨਾਂ ਨੇ ਇੱਕ ਸਵਾਲ ਪਾਇਆ ਸੀ ਕਿ 5 ਪ੍ਰਸ਼ਾਦਾਂ ਦਾ ਕੀ ਸਰੋਤ ਹੈ। ਮੈਂ ਬੇਨਤੀ ਕਰ ਰਿਹਾ ਸਰ ਹਰਜੀਤ ਸਿੰਘ ਜੀ ਨੂੰ ਬਈ ਉਹ ਸਾਨੂੰ ਦੱਸਣ ਵੀ 5 ਪ੍ਰਸ਼ਾਦਾਂ ਦਾ ਸਰੋਤ ਕੀ ਹੈ ਤੇ ਰਹਿਤ ਮਰਿਆਦਾ ਅਨੁਸਾਰ ਅਸੀਂ ਕੀ ਕਰਨਾ ਹੈ ਜੀ। ਸਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਿਆਦਾ ਅਨੁਸਾਰ ਕੇਵਲ ਉੱਥੇ ਕੜਾਹ ਪ੍ਰਸ਼ਾਦ ਦਾ ਜ਼ਿਕਰ ਹੀ ਸਾਨੂੰ ਮਿਲਦਾ ਹੈ। ਪਰ ਇਸ ਤੋਂ ਪਹਿਲਾਂ ਜੇ ਅਸੀਂ ਥੋੜਾ ਜਿਹਾ ਪਿਛੋਕੜ ਵਿੱਚ ਜਾਈਏ, ਇੱਕ ਲੈਕਚਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਉਦਾਸੀਆਂ ਬਾਰੇ ਸਾਡੇ ਨਾਲ ਸਾਂਝਾ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਸਾਰੇ ਸਰੋਤ ਦਿੱਤੇ ਸਨ ਕਿ ਕੜਾਹ ਪ੍ਰਸ਼ਾਦ ਦੀ ਪਰੰਪਰਾ ਜਿਹੜੀ ਸੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਆਰੰਭ ਹੋ ਗਈ ਸੀ। ਕੜਾਹ ਪ੍ਰਸ਼ਾਦ ਹੀ ਉਸ ਵੇਲੇ ਬਣਾਇਆ ਜਾਂਦਾ ਸੀ, ਵਰਤਾਇਆ ਜਾਂਦਾ ਸੀ। ਇਹ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ, ਮੈਂ ਉਹਨਾਂ ਨੂੰ ਦੁਹਰਾਵਾਂਗਾ ਨਹੀਂ ਕਿਉਂਕਿ ਉਹਨਾਂ ਨੇ ਸਾਰੇ ਸਰੋਤ ਸਾਡੇ ਨਾਲ ਸਾਂਝੇ ਕੀਤੇ ਹੋਏ ਹਨ। ਆਪ ਪਿਛਲੇ ਸਵਾਲ ਜਵਾਬ ਸੈਸ਼ਨ ਦੀ ਰਿਕਾਰਡਿੰਗ 'ਚ ਉਹਨਾਂ ਨੂੰ ਦੇਖ ਸਕਦੇ ਹੋ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਪਰੰਪਰਾ ਚੱਲਦੀ ਰਹੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1716 ਤੱਕ ਇਹ ਪਰੰਪਰਾ ਚੱਲਦੀ ਰਹੀ। ਲੇਕਿਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜੋ ਸਿੱਖ ਇਤਿਹਾਸ ਹੈ ਉਹਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਸਿੱਖਾਂ ਦੇ ਬੰਦ ਕੱਟੇ ਗਏ, ਇਹਨਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਚਰਖੜੀਆਂ ਤੇ ਚਾੜਿਆ ਗਿਆ, ਜੰਗਲਾਂ ਬੇਲਿਆਂ ਵਿੱਚ ਜਾਣਾ ਪਿਆ, ਬੱਚਿਆਂ ਦੇ ਟੋਟੇ ਕਰਕੇ ਬਾਵਾਂ ਦੇ ਗਲਾਂ 'ਚ ਹਾਰ ਪਾਏ ਗਏ। ਇਹ ਉਹ ਇਤਿਹਾਸ ਹੈ ਜਿਹੜਾ ਤਕਰੀਬਨ 60 ਸਾਲ ਦਾ ਇਤਿਹਾਸ ਸਾਨੂੰ ਮਿਲਦਾ ਹੈ, ਜਿਹਦੇ ਵਿੱਚ ਗੁਰਦੁਆਰਿਆਂ ਦਾ ਸੇਵਾ ਸੰਭਾਲ ਪਰੰਪਰਾ ਸਿੱਖਾਂ ਦੇ ਹੱਥਾਂ ਵਿੱਚ ਨਾ ਰਹੀ। ਇਸ ਦੇ ਉਲਟ ਇਹ ਪਰੰਪਰਾਵਾਂ, ਇਹ ਮਰਿਆਦਾ ਨਿਰਮਲਿਆਂ ਦੇ, ਉਦਾਸੀਆਂ ਦੇ, ਸੰਪਰਦਾਇਆਂ ਦੇ ਹੱਥਾਂ ਵਿੱਚ ਚਲੀਆਂ ਗਈਆਂ, ਮਹੰਤਾਂ ਦੇ ਹੱਥਾਂ ਵਿੱਚ ਚਲੀਆਂ ਗਈਆਂ, ਕਿਉਂਕਿ ਇਹ ਮਹੰਤ ਬੇਸਿਕ ਤੌਰ 'ਤੇ ਸਨਾਤਨੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਸਨ। ਤਾਂ ਸਨਾਤਨੀ ਵਿਚਾਰਧਾਰਾ ਦੀਆਂ ਜੋ ਪਰੰਪਰਾਵਾਂ ਸਨ ਉਹ ਗੁਰਦੁਆਰਿਆਂ ਦੇ ਵਿੱਚ ਆ ਕੇ ਸ਼ੁਰੂ ਹੋ ਗਈਆਂ, ਜਿਨ੍ਹਾਂ ਦੇ ਵਿੱਚ ਕੇਵਲ ਪ੍ਰਸ਼ਾਦ ਦੀ ਗੱਲ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਐਸੀਆਂ ਮਨਮੱਤਾਂ ਸਨ ਜਿਹੜੀਆਂ ਉਹਨਾਂ ਨੇ ਲਿਆ ਕੇ ਗੁਰਦੁਆਰਿਆਂ ਵਿੱਚ ਵਾੜ ਦਿੱਤੀਆਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ, ਲੇਕਿਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੋਈ ਵੀ ਗੁਰਦੁਆਰਿਆਂ ਦੀ ਬਾਹਰੀ ਦਿੱਖ ਸੁਧਾਰਨ ਦਾ ਯਤਨ ਕੀਤਾ ਹੈ, ਲੇਕਿਨ ਅੰਦਰਲੀ ਮਰਿਆਦਾ ਦੇ ਵਿੱਚ ਬਹੁਤ ਦਖਲ ਨਹੀਂ ਦਿੱਤਾ। ਅੰਗਰੇਜ਼ ਦਾ ਸਮਾਂ ਆ ਗਿਆ। ਉਸ ਤੋਂ ਬਾਅਦ ਸਿੰਘ ਸਭਾ ਲਹਿਰ ਆਉਂਦੀ ਹੈ। ਸਿੰਘ ਸਭਾ ਲਹਿਰ ਵਾਲਿਆਂ ਨੇ ਧਰਮ ਪ੍ਰਚਾਰ ਦਾ ਬੀੜਾ ਆਪਣੇ ਸਿਰ ਤੇ ਚੁੱਕਿਆ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਗੱਲਬਾਤ ਜਿਹੜੀ ਸੀ ਸ਼ੁਰੂ ਹੋਈ। ਇਸ ਲਹਿਰ ਨੇ ਅਕਾਲੀ ਲਹਿਰ ਵਿੱਚ ਦਾ ਜਨਮ ਹੋਇਆ। ਅਕਾਲੀ ਲਹਿਰ ਵਿੱਚ ਸ਼ਹਾਦਤਾਂ ਹੋਈਆਂ ਤੇ ਉਹਨਾਂ ਸ਼ਹਾਦਤਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ। ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਕੋਈ ਹਸਤੀ ਨਹੀਂ ਸੀ, ਉਸ ਕੇਵਲ ਸ਼੍ਰੋਮਣੀ ਕਮੇਟੀ ਦੇ ਕੀਤੇ ਹੋਏ ਫੈਸਲਿਆਂ ਨੂੰ ਹੀ ਲਾਗੂ ਕਰਨ ਦਾ ਉਹਨਾਂ ਦਾ ਅਧਿਕਾਰ ਸੀ। ਆਪ ਉਹ ਧਾਰਮਿਕ ਤੌਰ 'ਤੇ ਫੈਸਲੇ ਨਹੀਂ ਸਨ ਕਰ ਸਕਦੇ। ਪਰ ਸਮਾਂ ਜਿਵੇਂ ਜਿਵੇਂ ਬੀਤਦਾ ਗਿਆ, ਪੰਥ ਨੇ ਸਭ ਤੋਂ ਵੱਡਾ ਕੰਮ ਜੋ ਕੀਤਾ ਉਹ ਸੀ ਮਰਿਆਦਾ ਦਾ, ਜਿਹਨੂੰ ਅਸੀਂ ਸਿੱਖ ਰਹਿਤ ਮਰਿਆਦਾ ਦਾ ਨਾਮ ਦਿੰਦੇ ਹਾਂ। 1931 ਤੋਂ ਲੈ ਕੇ ਇਹ ਯਤਨ ਸ਼ੁਰੂ ਹੋਏ। 1936 ਵਿੱਚ ਪਹਿਲੀ ਵਾਰੀ ਇਹ ਮਰਿਆਦਾ ਨੂੰ ਸੰਗਤਾਂ ਦੇ ਭੇਟ ਕੀਤਾ ਗਿਆ, ਲੇਕਿਨ 1945 ਵਿੱਚ ਕੁਝ ਸਦਾਈਆਂ ਹੋਰ ਕਰਕੇ ਇਹ ਦੁਬਾਰਾ ਰਹਿਤ ਮਰਿਆਦਾ ਨੂੰ ਲਾਗੂ ਕੀਤਾ ਗਿਆ ਔਰ 1945 ਤੋਂ ਲੈ ਕੇ ਅੱਜ ਤੱਕ ਇਹ ਰਹਿਤ ਮਰਿਆਦਾ ਇਸੇ ਤਰ੍ਹਾਂ ਹੀ ਚੱਲੀ ਆਉਂਦੀ ਹੈ। ਛੋਟੀਆਂ ਮੋਟੀਆਂ ਕੋਈ ਤਬਦੀਲੀਆਂ ਹਾਲਾਂਕਿ ਕਰਨ ਦਾ ਹੱਕ ਨਹੀਂ ਹੈ, ਪਰ ਆਪਣੇ ਤੌਰ 'ਤੇ ਇਹ ਕੁਝ ਕੀਤੀਆਂ ਹਨ ਜਿਹੜੀਆਂ ਪੰਥ ਦੀ ਮਰਿਆਦਾ ਵਿੱਚ ਨਹੀਂ ਆਉਂਦੀਆਂ, ਕਿਉਂਕਿ ਇਸ ਰਹਿਤ ਮਰਿਆਦਾ ਨੂੰ ਬਦਲਣ ਦਾ ਹੱਕ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਨਾ ਹੀ ਕਿਸੇ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਹੋਰ ਤਖਤ ਦੇ ਜਥੇਦਾਰ ਸਾਹਿਬ ਕੋਲ ਹੈ, ਔਰ ਨਾ ਹੀ ਕਿਸੇ ਸਾਧ ਸੰਤ ਕੋਲ ਜਾਂ ਹੋਰ ਕਿਸੇ ਕੋਲ ਹੈ। ਪੰਥਕ ਮਰਿਆਦਾ ਪੰਥਕ ਜੁਗਤੀ ਦੇ ਨਾਲ ਹੀ ਬਦਲੀ ਜਾ ਸਕਦੀ ਹੈ। ਪੰਥਕ ਜੁਗਤੀ ਦਾ ਜਿਹੜਾ ਵਿਧਾਨ ਸੀ ਉਹ ਅੱਜ ਸਾਡੇ ਤੋਂ ਅਲੋਪ ਹੋ ਗਿਆ। ਤੇ ਉਹ ਜਿਹੜੀਆਂ ਚੱਲੀਆਂ ਆਉਂਦੀਆਂ ਸੀਨਾ ਬਸੀਨਾ ਮਰਿਆਦਾ ਸਨ, ਉਹਨਾਂ ਨੂੰ ਬਦਲ ਕੇ ਰਹਿਤ ਮਰਿਆਦਾ ਨੇ ਹੋਂਦ ਵਿੱਚ ਲਿਆ। ਉਹਦੇ 'ਚ ਕੜਾਹ ਪ੍ਰਸ਼ਾਦ ਦਾ ਜ਼ਿਕਰ ਹੀ ਸਾਨੂੰ ਮਿਲਦਾ ਹੈ। ਪਰ ਕਿਉਂਕਿ
ਪਿਛਲੇ ਲਗਭਗ 150 ਸਾਲ ਤੋਂ ਉਹ ਮਰਿਆਦਾ ਚੱਲੀਆਂ ਹੁੰਦੀਆਂ ਸੀ ਪ੍ਰਸ਼ਾਦ ਦੀਆਂ, ਜਿਹੜੇ 5 ਪ੍ਰਸ਼ਾਦ ਜਾਂ ਜ਼ਿਕਰ ਕੀਤਾ, ਉਹੀ ਗੱਲਾਂ ਦਾ ਜ਼ਿਕਰ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਵੀ ਕੀਤਾ ਹੈ। ਲੇਕਿਨ ਗੁਰੂ ਕਾਲ ਵਿੱਚ ਕੇਵਲ ਤਾਂ ਕੇਵਲ ਕੜਾਹ ਪ੍ਰਸ਼ਾਦ ਦੀ ਹੀ ਪ੍ਰਵਾਨਗੀ ਹੈ, ਬਾਕੀ ਕਿਸੇ ਤਰ੍ਹਾਂ ਦੇ ਪ੍ਰਸ਼ਾਦ ਨੂੰ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਤੋ ਇਹਦੇ ਵਿੱਚ ਸਪਸ਼ਟ ਗੱਲ ਹੈ ਕਿ ਹਾਲਾਂ ਸਰੋਤ ਮਿਲਦੇ ਹਨ 5 ਪ੍ਰਸ਼ਾਦਾਂ ਦੇ ਵੀ, ਉਹਨੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ ਲਿਖਿਆ ਹੈ ਜਾਂ ਹੋਰ ਵੀ ਸਰੋਤਾਂ 'ਚ ਇਹ ਚੀਜ਼ਾਂ ਆਉਂਦੀਆਂ ਹਨ, ਪਰ ਉਹਨਾਂ ਨੇ ਕਿਉਂਕਿ ਸਿੱਖ ਰਹਿਤ ਮਰਿਆਦਾ ਬਣਨ ਤੋਂ ਪਹਿਲਾਂ ਦਾ ਜ਼ਿਕਰ ਜਿਹੜਾ ਸਾਡੇ ਨਾਲ ਕੀਤਾ ਹੈ, ਤੋ ਇਸ ਕਰਕੇ ਇਹਦਾ ਜਿਹੜਾ ਸਰੋਤ ਉਦਨ ਪ੍ਰਭ ਕੀਰਤਨ ਸਿੰਘ ਜੀ ਵੀਰ ਜੀ ਨੇ ਪਹਿਲੇ ਦੱਸ ਦਿੱਤਾ ਸੀ ਵੀ ਮਹਾਨ ਕੋਸ਼ ਵਿੱਚੋਂ ਮੈਂ ਸਰੋਤ ਲਿਆ ਹੈ, ਤੋ ਮਹਾਨ ਕੋਸ਼ 'ਚ ਲਿਖਿਆ ਹੋਇਆ ਹੈ ਜਿਹੜੇ 5 ਪ੍ਰਸ਼ਾਦ ਜਾਂ 5 ਅਤ ਮਿੱਠੇ ਜਿਹੜੇ ਉਹਨਾਂ ਦਾ ਜ਼ਿਕਰ ਕੀਤਾ ਗਿਆ। ਲੇਕਿਨ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਵਿੱਚ ਕੇਵਲ ਕੜਾਹ ਪ੍ਰਸ਼ਾਦ ਦੀ ਹੀ ਪ੍ਰਵਾਨਗੀ ਗੁਰਦੁਆਰਿਆਂ ਦੇ ਵਿੱਚ ਹੈ, ਔਰ ਕੇਵਲ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਵਾਨਗੀ ਔਰ ਵਰਤਾਇਆ ਜਾਣਾ ਚਾਹੀਦਾ ਹੈ। ਬਾਕੀ ਕਿਉਂਕਿ ਜਿਹੜੇ ਮਿੱਠੇ ਪ੍ਰਸ਼ਾਦ ਸਨ ਉਹ ਦੇਵੀ ਦੇਵਤਿਆਂ ਨਾਲ ਸੰਬੰਧ ਰੱਖਦੇ ਸਨ, ਜਿਹੜੇ ਦਿਨਾਂ ਦੇ ਉਹਨਾਂ ਪਹਿਲਾਂ ਫਿਕਸ ਕੀਤੇ ਸੀ ਵੀ ਇਸ ਦਿਨ ਨੂੰ ਆਹ ਪ੍ਰਸ਼ਾਦ ਚੱਲੇਗਾ, ਇਹਦੀ ਲੰਬੀ ਕਹਾਣੀ ਹੈ। ਲੇਕਿਨ ਪੰਥ ਨੇ ਫੈਸਲੇ ਕਰਕੇ ਸਾਰੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਵਾਨਗੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। तो वीर जी ने पूरी डिटेल दी है साध संगत जी। मेरी बेनती है कि जो रहत मर्यादा साडी है बड़ा साडा संविधान है, पर बड़े छोटा जिहा, कोई ऐसा लंबा चौड़ा नहीं, हर सिख के घर में होना चाहिए। जे नहीं तो इन्हूं जरूर प्राप्त करके असीं अपने घर च रखीए, तां जे आम जिहड़े सवाल ने अगर मन विच आउण तां सानूं मर्यादा चों पता लगदे ने, और जे कोई कारज करना भी होवे तो मर्यादा नूं जरूर कंसल्ट करना चाहिए। बकायदा कड़ाह प्रशाद के नाम का सिरलेख है जिहदे च पूरी डिटेल दस्सी प्रशाद बनाउणा किवें है, और उहदे च इह भी लिखिआ कि वरताउण तो पहलां 5 ਸਿੰਘਾਂ ਦਾ ਗੱਫਾ ਜਿਹੜਾ ਉਹ ਕੱਢਣਾ। ਤੇ कई ਥਾਂ ਤੇ ਇਹ ਅਵੇਸਲਾਪਣ ਹੋਇਆ ਹੈ, ਹੋ ਰਿਹਾ, पर कई ਤਾਂ ਕਾਰਨ ਇਹ ਵੀ ਹੈ, ਹੁਣ ਸਾਡੀ ਬਦਕਿਸਮਤੀ ਹੈ ਕਿ ਕਈ ਵਾਰੀ ਦੀਵਾਨ ਦੇ ਵਿੱਚ 5 ਸਿੰਘ ਹੀ ਤਿਆਰ ਨਹੀਂ ਮਿਲਦੇ, ਤੇ ਉਸ ਵੇਲੇ ਫਿਰ ਕੀ ਕੀਤਾ ਜਾਂਦਾ ਵੀ ਉਹ ਪ੍ਰਸ਼ਾਦ ਜਿਹੜਾ ਉਹ ਵਾਪਸ ਪਾ ਦਿੱਤਾ ਜਾਂਦਾ ਹੈ। ਪਰ ਘੱਟੋ ਘੱਟ ਛਾਂਦਾ 5 ਸਿੰਘਾਂ ਦਾ ਕੱਢਣਾ ਜ਼ਰੂਰ ਚਾਹੀਦਾ ਹੈ। ਤੇ ਸਤਿਗੁਰੂ ਕਿਰਪਾ ਕਰੇ ਸਾਡੇ ਸਭ 'ਚ ਚੜ੍ਹਦੀ ਕਲਾ ਆਵੇ, ਔਰ ਇਹ ਨਾ ਹੋਣਾ ਚਾਹੀਦਾ ਸਾਨੂੰ ਸੁਣਨਾ ਵੇਖਣਾ ਪਵੇ ਕਿ 5 ਸਿੰਘ ਹੀ ਨਹੀਂ ਲੱਭਦੇ ਜੀ ਜਿਨ੍ਹਾਂ ਨੂੰ ਆਪਾਂ ਇਹ ਜਿਹੜਾ ਗੱਫਾ ਹੈ 5 ਦਾ ਕੱਢਿਆ ਦਿੱਤਾ ਜਾਏ। ਤੋ ਖੈਰ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਬੜੇ ਠੀਕ ਤਰੀਕੇ ਨਾਲ ਮਰਿਆਦਾ ਦੇ ਆਧਾਰਿਤ ਆਪ ਜੀ ਨੇ ਸਾਨੂੰ ਜਵਾਬ ਦੱਸਿਆ, ਧੰਨਵਾਦ।